फतेह पाओ मैदान में, पकड़ हाथ शमशीर। वाहिगुरु जी का खालसा, वाहिगुरु जी की फतेह। एक ओंकार सतनाम करता पुरख निरभउ निरवैर। अकाल मूरत अजूनी सैभं, गुर प्रसाद जप। आदि सच जुगादि सच, है भी सच। नानक होसी भी सच। वाहिगुरु जी का खालसा, वाहिगुरु जी की फतेह। परम सन्मान जोग जुगो जुग अटल। चवरे छतर तख्त दे मालक, रहमतां दे सागर। धन धन श्री गुरु ग्रंथ साहिब सच्चे पातशाह जी दी अपार किरपा रहमत होई है। सतगुरां ने अमृत वेला बख्शिया। हाजरियां भरियां नितनेम दे जाप सरवण कीते। जो हर रोज आपां लड़ीवार कथा। धन धन श्री गुरु ग्रंथ ਸਾਹਿਬ सच्चे पातशाह जी ਦੀ ਸਰਵਣ ਕਰਦੇ ਹਾਂ। ਜੋ ਸ਼ਬਦ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਆਰੰਭ ਹੋਏ ਨੇ, ਅੱਜ ਦਾ ਵੀ ਜੋ ਪਾਵਨ ਸ਼ਬਦ ਹੈ ਸ੍ਰੀ ਰਾਗ ਦੇ ਵਿੱਚ 27 ਅੰਗ 'ਤੇ ਹੈ। ਇਹ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਸ਼ਬਦ। ਸ੍ਰੀ ਰਾਗ ਮਹੱਲਾ ਤੀਜਾ। ਜਿਨੀ ਸੁਣ ਕੈ ਮੰਨਿਆ, ਤਿਨਾ ਨਿਜ ਘਰ ਵਾਸ। ਗੁਰਮਤੀ ਸਾਲਾਹੇ ਸੱਚ, ਹਰ ਪਾਇਆ ਗੁਣਤਾਸ। ਸ਼ਬਦ ਰਤੇ ਸੇ ਨਿਰਮਲੇ, ਹਉ ਸਦ ਬਲਿਹਾਰੈ ਜਾਸ। ਹਿਰਦੈ ਜਿਨ ਕੈ ਹਰਿ ਵਸੈ, ਤਿਤ ਘਟ ਹੈ ਪ੍ਰਗਾਸ। ਇਹ ਵੀ ਪਾਵਨ ਸ਼ਬਦ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਿੱਖ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਹੋਇਆਂ ਗੋਇੰਦਵਾਲ ਸਾਹਿਬ ਉਚਾਰਿਆ ਹੈ। ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਨਾਮ ਦੀ ਗੱਲ ਕੀਤੀ ਹੈ, ਸ਼ਰਧਾ ਦੀ ਗੱਲ ਕੀਤੀ ਹੈ, ਵਿਸ਼ਵਾਸ ਦੀ ਗੱਲ ਕੀਤੀ ਹੈ। ਸ੍ਰੀ ਰਾਗ ਮਹੱਲਾ ਤੀਜਾ। ਜਿਨੀ ਸੁਣ ਕੈ ਮੰਨਿਆ, ਤਿਨਾ ਨਿਜ ਘਰ ਵਾਸ। ਕਿਉਂਕਿ ਸ੍ਰੀ ਜਪਜੀ ਸਾਹਿਬ ਦੇ ਵਿੱਚ ਵੀ ਸੁਣਨ ਦੀਆਂ 4 ਪੌੜੀਆਂ ਆਉਂਦੀਆਂ ਜੋ ਆਪਾਂ ਵਿਚਾਰ ਕੀਤੀ ਸੀ, ਅਤੇ ਮੰਨਣ ਦੀਆਂ। ਕਿਉਂਕਿ ਜਪਜੀ ਸਾਹਿਬ ਮੂਲ ਹੈ, ਮਾਲਾ ਮੰਤਰ ਹੈ, ਅਤੇ ਜਪਜੀ ਸਾਹਿਬ ਦੇ ਜਿਹੜੇ ਸਾਰੇ ਹੀ ਅਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ। ਉਸੇ ਜਪਜੀ ਸਾਹਿਬ ਦੀ ਹੀ ਸਾਰੀ ਵਿਆਖਿਆ ਹੈ। ਵਾਰ ਵਾਰ ਸਤਿਗੁਰੂ ਜੀ ਸੰਬੋਧਿਤ ਕਰਦੇ ਨੇ, ਦੱਸਦੇ ਨੇ। ਜਿਨੀ ਸੁਣ ਕੇ ਮੰਨਿਆ, ਭਾਵ ਕਿ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸੁਣ ਲਿਆ ਅਤੇ ਮੰਨ ਲਿਆ, ਉਹਨਾਂ ਦੇ ਹਿਰਦੇ ਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ। ਅਤੇ ਕਹਿੰਦੇ ਨਿਜ ਘਰ ਵਾਸ, ਸੱਚਖੰਡ ਦੀ ਜਿਹੜੀ ਹੈ ਪ੍ਰਾਪਤੀ ਹੋ ਜਾਂਦੀ ਹੈ। ਕਿਉਂਕਿ ਸੁਣਨਾ ਅਤੇ ਮੰਨਣਾ ਬੜਾ ਕਠਿਨ ਹੈ। ਨਾਮ ਨੂੰ ਸੁਣੀ ਜਾਈਏ, ਵਾਹਿਗੁਰੂ 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 ਕਰੀ ਜਾਈਏ, ਪਰ ਜਿਹੜਾ ਮਨ ਹੈ ਮੰਨ ਕੇ ਰਾਜੀ ਨਹੀਂ ਹੈ। ਪਰ ਸਤਿਗੁਰਾਂ ਨੇ, ਮਹਾਂਪੁਰਖਾਂ ਨੇ ਕੁਛ ਵਿਧੀਆਂ ਦੱਸੀਆਂ ਨੇ ਇਹਨੂੰ ਜਪਣਾ ਕਿਵੇਂ ਹੈ, ਕਿ ਮਨ ਫਿਰ ਟਿਕਦਾ ਕਿਵੇਂ ਹੈ। ਮੰਨ ਲਓ ਆਪਾਂ ਨੂੰ ਕੋਈ ਗੁਰਮੁਖ ਜਗਿਆਸੂ ਕਹੇ ਕਿ ਸਾਨੂੰ ਬੜਾ ਦੁੱਖ ਹੈ, ਉਹਨਾਂ ਕਹਿਣਾ ਨਾਮ ਜਪੀ ਚੱਲੋ। ਫਿਰ ਸਾਡੇ ਮਨ ਦੇ ਵਿੱਚ ਸਵਾਲ ਆਏਗਾ, ਕਿੰਨਾ ਕੁ ਚਿਰ ਜਪੀ ਚੱਲੀਏ, ਕਿੰਨਾ ਕੁ ਚਿਰ ਜਪੀਏ। ਫਿਰ ਉਹਨਾਂ ਨੇ ਵਿਧੀਆਂ ਬਣਾ ਦਿੱਤੀਆਂ ਕਿ ਇਸ ਦੁੱਖ ਨੂੰ ਦੂਰ ਕਰਨ ਵਾਸਤੇ ਕਿ ਹਾਂ ਭਾਈ ਤੂੰ
ਮੂਲ ਮੰਤਰ ਦਾ ਜਾਪ ਕਰ ਕਿੰਨਾ 1.25 ਲੱਖ ਕਰ, ਸਮਾਂ ਬਣਾਤਾ। ਮਨ ਫਿਰ ਟਿਕ ਜਾਂਦਾ ਹੈ, ਕਿਉਂਕਿ ਇਹਨੂੰ ਪਤਾ ਲੱਗ ਗਿਆ ਕਿ ਮੈਂ ਇੰਨਾ ਕੀ ਪਾਠ ਕਰਨਾ ਹੈ, ਮੇਰਾ ਦੁੱਖ ਦੂਰ ਹੋ ਜਾਏਗਾ। ਮਨ ਟਿਕ ਗਿਆ। ਜਦੋਂ ਇਹ ਫਿਰ ਹੌਲੀ ਹੌਲੀ ਕਰਦਾ ਕਰਦਾ ਅਭਿਆਸ ਕਰਦਾ ਹੈ ਕਿ ਅੱਜ 10 ਪਾਠ ਕੀਤੇ, 5 ਕੀਤੇ, ਹੌਲੀ ਹੌਲੀ ਜਦੋਂ ਵੱਧਦਾ ਹੈ ਇਹ ਮਨ ਫਿਰ ਜਿਹੜਾ ਹੈ ਟਿਕਣਾ ਸ਼ੁਰੂ ਹੋ ਜਾਂਦਾ ਹੈ। ਜਿਹਨੂੰ ਕਿੰਨਾ ਫਿਰ ਮੰਨਣਾ, ਇਹ ਫਿਰ ਮੰਨਣ ਲੱਗ ਜਾਂਦਾ ਹੈ ਪਰਮਾਤਮਾ ਦੀ ਗੱਲ। ਜੇ ਇਹਨੂੰ ਕਹੀਏ ਸਿੱਧਾ ਤੂੰ ਜੱਪੀ ਚੱਲ ਬੈਠਾ ਰਹਿ, ਫਿਰ ਇਹ ਨਹੀਂ ਬਹਿੰਦਾ, ਇਹ ਨਹੀਂ ਜਪਦਾ, ਅੱਕ ਜਾਂਦਾ ਹੈ। ਅਤੇ ਜਦੋਂ ਇਹਨੂੰ ਕੋਈ ਸਮਾਂ ਬਣਾ ਦਈਏ ਕਿ ਹਾਂ ਤੂੰ 2 ਦਿਨ ਜਪਣਾ ਹੈ ਜਾਂ 5 ਦਿਨ ਜਪਣਾ ਹੈ, ਫਿਰ ਮਨ ਟਿਕ ਜਾਂਦਾ ਹੈ। ਹਾਂ ਬਈ ਇੰਨੇ ਕੁ ਦਿਨ ਜਪਣਾ, ਫਿਰ ਮੇਰਾ ਖਹਿੜਾ ਛੁੱਟ ਜਾਏਗਾ। ਮਨ ਕਾਹਲਾ ਪੈਂਦਾ ਹੈ। ਫਿਰ ਇਹ ਮਹਾਂਪੁਰਖਾਂ ਨੇ, ਗੁਰੂਆਂ ਨੇ ਇਹ ਵਿਧੀਆਂ ਬਣਾ ਦਿੱਤੀਆਂ ਕਿ ਮਨ ਨੂੰ ਟਿਕਾਉਣਾ ਕਿਵੇਂ ਹੈ। ਫਿਰ ਹੌਲੀ ਹੌਲੀ ਜਦੋਂ ਮਨ ਜਪਦਾ ਹੈ, ਅੱਜ 10 ਪਾਠ, 15, 20, 100 ਵੱਧਦਾ ਜੋ ਟਾਈਮ ਵੱਧਦਾ ਹੈ, ਇਹ ਫਿਰ ਮਨ ਜਿਹੜਾ ਹੈ ਟਿਕਣਾ ਸ਼ੁਰੂ ਹੋ ਜਾਂਦਾ ਹੈ। ਮਨ ਨੂੰ ਹੀ ਫਿਰ ਜਿਹੜਾ ਹੈ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਹੈ। ਫਿਰ ਅਭਿਆਸ ਜਿਹਨੂੰ ਕਹਿੰਦੇ, ਫਿਰ ਅਭਿਆਸ ਜਦੋਂ ਹੋਣਾ ਸ਼ੁਰੂ ਹੋ ਜਾਂਦਾ ਹੈ, ਫਿਰ ਗੁਰੂ ਦੀ ਕਿਰਪਾ ਜਿਹੜੀ ਵਰਤਦੀ ਹੈ, ਫਿਰ ਮੰਨਣ ਦੀ ਗੱਲ ਆ ਜਾਂਦੀ ਹੈ ਕਿ ਫਿਰ ਮਨ ਜਿਹੜਾ ਹੈ ਮੰਨਣ ਲੱਗ ਜਾਂਦਾ ਹੈ। ਫਿਰ ਇੱਕ ਦਿਨ ਜਦੋਂ ਨਾ ਜਪੇਗਾ, 1 ਮਹੀਨਾ ਜਪਦਾ ਰਿਹਾ, ਇੱਕ ਦਿਨ ਨਾ ਜਪੇਗਾ, ਮਨ ਨੂੰ ਫਿਰ ਕਾਹਲੀ ਪੈਣ ਲੱਗ ਜਾਏਗੀ। ਜਿਹੜੀ ਚੀਜ਼ ਮੈਨੂੰ ਕੱਲ੍ਹ ਮਿਲੀ, 1 ਮਹੀਨਾ ਮਿਲਦੀ ਰਹੀ ਹੈ, ਉਹ ਮੈਨੂੰ ਅੱਜ ਕਿਉਂ ਨਹੀਂ ਮਿਲੀ। ਮਨ ਫਿਰ ਟਿਕਣਾ ਸ਼ੁਰੂ ਹੋ ਜਾਂਦਾ ਹੈ। ਤਾਂ ਸਤਿਗੁਰੂ ਜੀ ਕਹਿੰਦੇ, ਜਿਨੀ ਸੁਣ ਕੇ ਮੰਨਿਆ ਤਿੰਨਾ ਨਿਜ ਘਰ ਵਾਸ। ਉਹਨਾਂ ਨੂੰ ਉਹਨਾਂ ਦੇ ਹਿਰਦੇ ਵਿੱਚ ਪ੍ਰਕਾਸ਼ ਵੀ ਹੋ ਜਾਂਦਾ ਹੈ, ਮਨ ਵੀ ਟਿਕ ਜਾਂਦਾ ਹੈ, ਅਤੇ ਸੱਚਖੰਡ ਦੇ ਵਿੱਚ ਉਹਨਾਂ ਦਾ ਨਿਵਾਸ ਹੋ ਜਾਂਦਾ ਹੈ। ਇੱਕ ਤਾਂ ਮਨੁੱਖ ਮਰਨ ਤੋਂ ਬਾਅਦ ਜਿਹੋ ਜਿਹੇ ਕਰਮ ਕਰਦਾ, ਇਹੋ ਜਿਹੀ ਅਵਸਥਾ ਬਣ ਜਾਂਦੀ ਹੈ, ਉਹਨੂੰ ਜੂਨ ਮਿਲ ਜਾਂਦੀ ਹੈ ਜਾਂ ਸੱਚਖੰਡ ਦੀ ਪ੍ਰਾਪਤੀ ਹੋ ਜਾਂਦੀ ਹੈ। ਇੱਥੇ ਸਤਿਗੁਰੂ ਜੀ ਕਹਿੰਦੇ, ਜਿਨ੍ਹਾਂ ਨੇ ਸੁਣ ਲਿਆ ਅਤੇ ਮੰਨ ਲਿਆ, ਜਿਉਂਦੇ ਜੀ ਉਹ ਸੱਚਖੰਡ ਦੇ ਵਿੱਚ ਨਿਵਾਸ ਹੋ ਜਾਂਦਾ ਹੈ। ਉਹਨਾਂ ਦੀ ਸੁਰਤ ਜਿਹੜੀ ਹੈ ਸੱਚਖੰਡ ਵਿਖੇ ਪਹੁੰਚ ਜਾਂਦੀ ਹੈ। ਗੁਰਮਤੀ ਸਾਲਾਹੇ ਸੱਚ ਹਰ ਪਾਇਆ ਗੁਣਤਾਸ। ਸਤਿਗੁਰੂ ਜੀ ਕਹਿੰਦੇ, ਜਿਸ ਤਰ੍ਹਾਂ ਭਾਵ ਕਿ ਗੁਰਮਤ, ਉਸ ਪਰਮਾਤਮਾ ਦੀ ਜਿਹੜੀ ਸਿਫਤ ਸਲਾਹ ਕਰਨੀ ਹੈ, ਗੁਰਮਤੀ ਸਾਲਾਹੇ ਸੱਚ, ਗੁਰੂ ਦੀ ਜਿਹੜੀ ਸਿੱਖਿਆ ਹੈ, ਗੁਰੂ ਦੀ ਮੱਤ ਲੈ ਕੇ ਉਹਦੀ ਸਿਫਤ ਸਲਾਹ ਪਰਮਾਤਮਾ ਦੀ ਕਰਨੀ। ਹਰ ਪਾਇਆ ਗੁਣਤਾਸ। ਫਿਰ ਕਹਿੰਦੇ ਸਿਫਤ ਸਲਾਹ ਕਰਦਿਆਂ ਹੋਇਆਂ ਉਹਨਾਂ ਨੂੰ ਗੁਣਾਂ ਦਾ ਖਜ਼ਾਨਾ ਮਿਲ ਜਾਂਦਾ ਹੈ, ਭਾਵ ਕਿ ਉਹ ਪਰਮਾਤਮਾ ਨੂੰ ਪਾ ਲੈਂਦੇ ਨੇ, ਉਹਨਾਂ 'ਤੇ ਕਿਰਪਾ ਹੋ ਜਾਂਦੀ ਹੈ। ਜਿਨ੍ਹਾਂ ਨੇ ਸੁਣ ਲਿਆ ਅਤੇ ਮੰਨ ਲਿਆ, ਉਹਨਾਂ 'ਤੇ ਕਿਰਪਾ ਹੋ ਜਾਂਦੀ ਹੈ। ਸ਼ਬਦ ਰੱਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਨੇ ਸੁਣ ਲਿਆ ਅਤੇ ਮੰਨ ਲਿਆ, ਉਹ ਸ਼ਬਦ ਦੇ ਨਾਲ ਰੰਗੇ ਗਏ, ਉਹਨਾਂ ਦਾ ਮਨ ਜਿਹੜਾ ਹੈ ਰੰਗਿਆ ਗਿਆ। ਨਿਰਮਲੇ, ਮੈਲ ਤੋਂ ਰਹਿਤ ਹੋ ਗਏ, ਉੱਜਲ ਹੋ ਗਿਆ, ਉਹਨਾਂ ਦਾ ਹਿਰਦਾ ਜਿਹੜਾ ਉੱਜਲ ਹੋ ਗਿਆ। ਹਉ ਸਦ ਬਲਿਹਾਰੈ ਜਾਸ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਮੈਂ ਉਹਨਾਂ ਤੋਂ ਬਲਿਹਾਰ ਜਾਨਾ ਹਾਂ। ਹਿਰਦੈ ਜਿਨ ਕੈ ਹਰਿ ਵਸੈ ਤਿਤ ਘਟ ਹੈ ਪ੍ਰਗਾਸ। ਸਤਿਗੁਰੂ ਜੀ ਕਹਿੰਦੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਹ ਪਰਮਾਤਮਾ ਫਿਰ ਵਸ ਜਾਂਦਾ ਹੈ, ਜਿਨ੍ਹਾਂ 'ਤੇ ਕਿਰਪਾ ਹੋ ਜਾਂਦੀ ਹੈ, ਉਹਨਾਂ ਦੇ ਹਿਰਦਿਆਂ ਦੇ ਵਿੱਚ ਤਿਤ ਘਟ ਪ੍ਰਗਾਸ, ਬ੍ਰਹਮ ਦਾ ਪ੍ਰਕਾਸ਼ ਹੋ ਜਾਂਦਾ ਹੈ, ਬ੍ਰਹਮ ਦਾ ਗਿਆਨ ਮਿਲ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ, ਮੇਰੇ ਮਨ ਹਰ ਹਰ ਨਿਰਮਲ ਧਿਆਏ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਇਹ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਹੇ ਮੇਰੇ ਮਨਾ, ਜਿਹੜਾ ਸਾਰਿਆਂ ਨੂੰ ਹਰੀ ਪਰਮਾਤਮਾ ਹਰਿਆ ਭਰਿਆ ਕਰਨ ਵਾਲਾ ਹੈ, ਕਹਿੰਦੇ ਉਹਨੂੰ ਜਪਣਾ ਕਰ, ਜਿਹੜਾ ਨਿਰਮਲ ਹੈ, ਮੈਲ ਤੋਂ ਰਹਿਤ ਹੈ। ਉਸ ਨਾਮ ਨੂੰ ਜਪਣ ਦੇ ਨਾਲ ਮਨੁੱਖ ਵੀ ਮੈਲ ਤੋਂ ਰਹਿਤ ਹੋ ਜਾਂਦਾ ਹੈ, ਉੱਜਲ ਹੋ ਜਾਂਦਾ ਹੈ। ਨਾਮ ਦੇ ਵਿੱਚ ਇੰਨੀ ਤਾਕਤ ਹੈ। ਹੋਰ ਵੀ ਬੜੇ ਮੰਤਰ ਨੇ, ਉਹ ਭਾਵ ਕਿ ਉਹ ਮੈਲ ਚੜ੍ਹਾ ਦਿੰਦੇ ਨੇ, ਪਾਪਾਂ ਦੀ ਮੈਲ ਚੜ੍ਹ ਜਾਂਦੀ ਹੈ,
ਪਰ ਜਿਹੜਾ ਨਾਮ ਹੈ ਇਹ ਮੈਲ ਲਾਉਂਦਾ ਹੈ ਤੇ ਮੈਲ ਤੋਂ ਰਹਿਤ ਹੈ। ਤਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮਨ ਨੂੰ ਸੰਬੋਧਨ ਕਰਕੇ ਕਹਿੰਦੇ, ਹੇ ਮੇਰੇ ਮਨਾ, ਜਿਹੜਾ ਹਰਿਆ ਭਰਿਆ ਕਰਨ ਵਾਲਾ ਪ੍ਰਮਾਤਮਾ ਦਾ ਨਾਮ ਹੈ, ਮੈਲ ਤੋਂ ਉਜਲ ਹੈ, ਉਹਨੂੰ ਧਿਆਉਣਾ ਕਰ, ਉਹਨੂੰ ਜਪਣਾ ਕਰ। ਧੁਰ ਮਸਤਕ ਜਿਨ ਕੋ ਲਿਖਿਆ, ਜਿਨ੍ਹਾਂ ਦੇ ਕਹਿੰਦੇ ਧੁਰ ਦਰਗਾਹ ਤੋਂ ਇਹ ਲਿਖਿਆ ਗਿਆ, ਸੇ ਗੁਰਮੁਖ ਰਹੇ ਲਿਵ ਲਾਏ। ਇਹ ਵੀ ਫਿਰ ਗੁਰੂ ਦੀ ਕਿਰਪਾ ਹੋਵੇ। ਜੇ ਕਰਮਾਂ 'ਚ ਨਾਮ ਲਿਖਿਆ ਹੋਵੇ ਤਾਂ ਹੀ ਜਪਿਆ ਜਾਂਦਾ ਹੈ। ਕਰਮ ਕੌਣ ਬਦਲਦਾ ਹੈ? ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਰਮ ਬਦਲਦੇ ਨੇ। ਕਿਉਂਕਿ ਜੋ ਵੀ ਇਹਦੇ ਕੋਲੋਂ ਆਪਾਂ ਮੰਗਾਂਗੇ ਉਹ ਮਿਲੇਗਾ। ਜੇ ਆਪਾਂ ਪਦਾਰਥ ਮੰਗਾਂਗੇ ਪਦਾਰਥ ਮਿਲਣਗੇ। ਜੇ ਆਪਾਂ ਨਾਮ ਦੀ ਦਾਤ ਰੋਜ਼ ਮੰਗਾਂਗੇ, ਮਹਾਰਾਜ ਸਾਨੂੰ ਨਾਮ ਜਪਣ ਦੀ ਸਮਰੱਥਾ ਬਖਸ਼, ਸਾਨੂੰ ਨਾਮ ਦੀ ਦਾਤ ਬਖਸ਼, ਸਾਡੇ 'ਤੇ ਕਿਰਪਾ ਕਰ, ਤੇ ਫਿਰ ਇਹ ਨਾਮ ਦੀ ਦਾਤ ਦੇਣੀ ਸ਼ੁਰੂ ਕਰ ਦਿੰਦੇ ਨੇ ਹੌਲੀ ਹੌਲੀ। ਫਿਰ ਜਿਹੜਾ ਮਸਤਕ 'ਤੇ ਉਹ ਫਿਰ ਲਿਖਿਆ ਜਾਂਦਾ ਹੈ, ਫਿਰ ਐਸੀ ਕਿਰਪਾ ਹੋ ਜਾਂਦੀ ਹੈ। ਤਾਂ ਸਤਿਗੁਰੂ ਜੀ ਕਹਿੰਦੇ, ਜਿਨ੍ਹਾਂ ਦੇ ਧੁਰ ਦਰਗਾਹ ਤੋਂ ਪਰਮਾਤਮਾ ਮੱਥੇ 'ਤੇ ਲੇਖ ਲਿਖ ਦਿੰਦਾ ਹੈ ਕਿ ਤੂੰ ਨਾਮ ਹੀ ਜਪਣਾ ਹੈ, ਸੇ ਗੁਰਮੁਖ ਰਹੇ ਲਿਵ ਲਾਏ। ਕਹਿੰਦੇ ਉਹਨਾਂ ਦੀ ਫਿਰ ਸੁਰਤ ਜਿਹੜੀ ਹੈ ਪਰਮਾਤਮਾ ਦੇ ਨਾਲ ਹਮੇਸ਼ਾ ਹੀ ਜੁੜੀ ਰਹਿੰਦੀ ਹੈ, ਕਿਰਪਾ ਬਣੀ ਰਹਿੰਦੀ ਹੈ। ਅਗਲੇ ਪਾਸੇ ਰਹਾਉ ਦੀ ਤੁਕ ਵੇ ਸਤਿਗੁਰੂ ਜੀ ਕਹਿੰਦੇ, ਹਰ ਸੰਤੋ ਦੇਖੋ ਨਦਰ ਕਰ। ਹੇ ਗੁਰਮੁਖੋ, ਹੇ ਸੰਤ ਜਨੋ, ਭਾਵ ਕਿ ਨਦਰ ਕਰਕੇ ਦੇਖੋ ਕਿਹਨੂੰ? ਨਿਕਟ ਵਸੈ ਭਰਪੂਰ। ਉਹ ਪਰਮਾਤਮਾ ਹਮੇਸ਼ਾ ਹੀ ਲਾਗੇ ਵਸ ਰਿਹਾ ਹੈ, ਬਹੁਤ ਨੇੜੇ। ਕਿਉਂਕਿ ਸਤਿਗੁਰੂ ਜੀ ਕਹਿੰਦੇ ਆਪਣੀ ਨਿਗਾਹ ਤੋਂ ਵੀ ਨੇੜੇ ਹੈ, ਹੱਥ ਤੋਂ ਵੀ ਨੇੜੇ, ਭਾਵ ਕਿ ਉਹ ਘਟ ਘਟ ਦੇ ਵਿੱਚ ਵਸਿਆ ਹੋਇਆ ਹੈ। ਜਿਵੇਂ ਆਪਣੀ ਨਿਗਾਹ ਹੈ, ਅੱਖਾਂ ਹੈ, ਆਪਾਂ ਦੂਰ ਵਾਲੀ ਚੀਜ਼ ਜਿਹੜੀ ਹੈ ਵੇਖ ਸਕਦੇ ਹਾਂ। ਜੇ ਆਪਣੀ ਅੱਖਾਂ ਦੇ ਲਾਗੇ ਕੋਈ ਕਰ ਦੇ, ਉਸ ਚੀਜ਼ ਦਾ ਪਤਾ ਨਹੀਂ ਲੱਗੇਗਾ ਕਿਹੜੀ ਚੀਜ਼ ਹੈ। ਇਸੇ ਤਰ੍ਹਾਂ ਉਹ ਪਰਮਾਤਮਾ ਜਿਹੜਾ ਹੈ ਬਹੁਤ ਨੇੜੇ ਹੈ। ਉਹਨੂੰ ਵੇਖਣ ਵਾਸਤੇ ਜਦੋਂ ਸ਼ਬਦ ਸੁਰਤ ਦਾ ਅਭਿਆਸ ਹੁੰਦਾ ਹੈ, ਫਿਰ ਉਹਦਾ ਪਤਾ ਲੱਗਦਾ ਹੈ ਕਿ ਉਹ ਤਾਂ ਸਾਡੇ ਅੰਦਰ, ਸਾਡੇ ਕੋਲ ਹੀ ਬੈਠਾ ਹੈ। ਤਾਂ ਸਤਿਗੁਰੂ ਜੀ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਗੁਰਮੁਖੋ, ਹੇ ਸੰਤ ਜਨੋ, ਭਾਵ ਕਿ ਵੇਖਣਾ ਕਰੋ ਕਿੱਥੇ? ਨਿਕਟ ਵਸੈ ਭਰਪੂਰ। ਉਹ ਤੁਹਾਡੇ ਕੋਲ, ਤੁਹਾਡੇ ਨਾਲ ਵਸ ਰਿਹਾ, ਹਰ ਸਮੇਂ ਉਹ ਨੇੜੇ ਵਸਦਾ ਹੈ। ਗੁਰਮਤੀ ਜਿਨੀ ਪਛਾਣਿਆ, ਕਹਿੰਦੇ ਗੁਰੂ ਦੀ ਸਿੱਖਿਆ ਦੁਆਰਾ, ਭਾਵ ਕਿ ਗੁਰੂ ਦੀ ਮੱਤ ਦੁਆਰਾ ਜਿਨ੍ਹਾਂ ਨੇ ਉਹਨੂੰ ਪਛਾਣ ਲਿਆ, ਸੇ ਦੇਖ ਹੈ ਸਦਾ ਹਦੂਰ। ਉਸ ਹਮੇਸ਼ਾ ਹੀ ਨੇੜੇ ਵੇਖਦੇ ਨੇ। ਉਹ ਪਰਮਾਤਮਾ ਨੂੰ ਅੰਗ ਸੰਗ ਸਮਝਦੇ ਨੇ, ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਜਿਨ ਗੁਣ ਤਿਨ ਸਦ ਮਨ ਵਸੈ, ਔਗੁਣ ਵੰਤਿਆ ਦੂਰ। ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਦੇ ਕੋਲੇ ਗੁਣ ਨੇ, ਸ਼ਰਧਾ ਦਾ ਗੁਣ, ਭਾਵ ਕਿ ਪ੍ਰੇਮ ਦਾ ਗੁਣ, ਭਗਤੀ ਦਾ ਗੁਣ, ਕਹਿੰਦੇ ਜਿਨ੍ਹਾਂ ਕੋਲੇ ਗੁਣ ਨੇ ਕਿ ਪਰਮਾਤਮਾ 'ਤੇ ਸ਼ਰਧਾ ਹੈ, ਪ੍ਰੇਮ ਹੈ ਪਰਮਾਤਮਾ ਦੇ ਨਾਲ ਕਿ ਹਾਂ ਮੇਰੇ ਕੋਲ ਹੈ, ਤੇ ਭਗਤੀ ਕਰਦੇ ਨੇ, ਕਹਿੰਦੇ ਉਹਨਾਂ ਨੂੰ ਹਮੇਸ਼ਾ ਹੀ ਨੇੜੇ ਦਿਸਦਾ ਹੈ। ਔਗੁਣ ਵੰਤਿਆ ਦੂਰ, ਭਾਵ ਕਿ ਜਿਹੜੇ ਔਗੁਣਾਂ ਨਾਲ ਭਰੇ ਹੋਏ ਨੇ, ਉਹ ਕਹਿੰਦੇ ਨਹੀਂ ਪਰਮਾਤਮਾ ਸਾਡੇ ਕੋਲ ਨਹੀਂ, ਪਰਮਾਤਮਾ ਤਾਂ ਹੈ ਹੀ ਨਹੀਂ। ਭਾਵ ਕਿ ਉਹਨਾਂ ਦਾ ਵਿਸ਼ਵਾਸ ਜਿਹੜਾ ਪਰਮਾਤਮਾ 'ਤੇ ਨਹੀਂ ਹੁੰਦਾ, ਤੇ ਕਹਿੰਦੇ ਉਹਨਾਂ ਤੋਂ ਉਹ ਦੂਰ ਹੈ। ਜਿਹੜਾ ਮਨੁੱਖ ਨੇੜੇ ਸਮਝਦਾ ਹੈ ਉਹਦੇ ਨੇੜੇ ਹੋ ਜਾਂਦਾ ਹੈ, ਜਿਹੜਾ ਕਹਿੰਦਾ ਹੈ ਨਹੀਂ ਤੇ ਉਹਨਾਂ ਤੋਂ ਦੂਰ ਹੋ ਜਾਂਦਾ ਹੈ। ਪਰਮਾਤਮਾ ਦੀ ਇਹ ਖੇਡ ਹੈ। ਮਨਮੁਖ ਗੁਣ ਤੈ ਬਾਹਰੇ, ਬਿਨ ਨਾਮੈ ਮਰਦੇ ਝੂਰ। ਕਹਿੰਦੇ ਜਿਹੜੇ ਮਨਮੁਖ ਨੇ, ਆਪਦੇ ਮਨ ਦੇ ਮਗਰ ਲੱਗ ਕੇ ਕਹਿੰਦੇ ਕਿ ਪਰਮਾਤਮਾ ਹੈ ਹੀ ਨਹੀਂ, ਕਹਿੰਦੇ ਉਹ ਗੁਣਾਂ ਤੋਂ ਹੀਣੇ ਨੇ। ਉਹਨਾਂ ਦੇ ਅੰਦਰ ਜਿਹੜਾ ਗੁਣ ਨਾ ਸ਼ਰਧਾ ਹੈ, ਨਾ ਪ੍ਰੇਮ ਹੈ, ਨਾ ਭਗਤੀ ਹੈ। ਬਿਨ ਨਾਮੈ ਮਰਦੇ ਝੂਰ, ਝੂਰ ਝੂਰ ਕੇ ਉਹ, ਭਾਵ ਕਿ ਅੰਦਰੋਂ ਹਿਰਦਾ ਉਹਨਾਂ ਦਾ ਸਦਾ ਹੀ ਸੜਿਆ ਰਹਿੰਦਾ ਹੈ, ਤੇ ਉਹ ਦੁਖੀ ਹੋ ਕੇ ਕਹਿੰਦੇ ਇਸ ਤਰ੍ਹਾਂ ਉਹ ਮਰਦੇ ਰਹਿੰਦੇ, ਜੰਮਦੇ ਮਰਦੇ ਰਹਿੰਦੇ ਨੇ। ਜਿਨ ਸ਼ਬਦ ਗੁਰੂ ਸੁਣ ਮੰਨਿਆ। ਹੁਣ ਫਿਰ ਉਹ ਗੱਲ ਆ ਗਈ ਕਿ ਜਿਨ੍ਹਾਂ ਨੇ ਸੁਣਿਆ ਤੇ ਮੰਨਿਆ। ਤੇ ਸਾਡਾ ਗੁਰੂ ਕਿਹੜਾ ਹੈ? ਗੁਰੂ ਹੈ ਧੰਨ ਗੁਰੂ ਗ੍ਰੰਥ ਸਾਹਿਬ,
ਉਹਦੇ ਸ਼ਬਦ। ਕਹਿੰਦੇ ਜਿਨ੍ਹਾਂ ਨੇ ਸੁਣ ਲਿਆ, ਫਿਰ ਗੁਰੂ ਦੇ ਕੋਲੋਂ ਇਹ ਸ਼ਬਦ ਸੁਣ ਲਿਆ, ਤਿਨ ਮਨ ਧਿਆਇਆ ਹਰ ਸੋਏ। ਸੁਣ ਤਾਂ ਲਿਆ ਪਰ ਧਿਆਉਣਾ ਵੀ ਹੈ। ਕਹਿੰਦੇ ਸ਼ਬਦ ਦਾ ਅਭਿਆਸ ਵੀ ਕਰਨਾ ਹੈ, ਜਪਣਾ ਹੈ। ਜਿਨ ਮਨ ਧਿਆਇਆ, ਜਿਨ੍ਹਾਂ ਨੇ ਮਨ ਕਰਕੇ ਧਿਆਇਆ, ਹਰ ਸੋਏ ਕੰਨਾਂ ਦੇ ਨਾਲ ਸੁਣਿਆ, ਤੈਨੂੰ ਧਿਆਉਣਾ ਕੀਤਾ, ਤੇ ਕਹਿੰਦੇ ਉਹ ਸ਼੍ਰੋਮਣੀ ਹੋ ਗਏ। ਅਨ ਦਿਨ ਭਗਤੀ ਰਤਿਆ, ਉਹ ਦਿਨ ਰਾਤ ਭਗਤੀ ਦੇ ਵਿੱਚ ਭਾਵ ਕੀ ਰੱਤੇ ਰਹਿੰਦੇ ਨੇ, ਉਹਨਾਂ ਨੂੰ ਰੰਗ ਚੜ੍ਹ ਜਾਂਦਾ ਹੈ। ਮਨ ਤਨ ਨਿਰਮਲ ਹੋਏ। ਸਤਿਗੁਰੂ ਜੀ ਕਹਿੰਦੇ ਮਨ ਤਾਂ ਜਿਹੜਾ ਨਿਰਮਲ ਹੋਣਾ, ਤਨ ਵੀ ਅਰੋਗ ਹੋ ਜਾਂਦਾ ਹੈ। ਇਹ ਨਾਮ ਦੀ ਏਡੀ ਵੱਡੀ ਸ਼ਕਤੀ ਹੈ, ਕਿਰਪਾ ਕਰ ਦਿੰਦੇ ਨੇ। ਨਿਰਮਲ ਹੋਏ, ਮੈਲ ਤੋਂ ਰਹਿਤ ਮਨੁੱਖ ਹੋ ਜਾਂਦਾ ਹੈ, ਐਸੀ ਕਿਰਪਾ ਹੁੰਦੀ ਹੈ। ਕੂੜਾ ਰੰਗ ਕੁਸੰਭ ਕਾ ਬਿਨ ਸਜਾਏ ਦੁੱਖ ਰੋਏ। ਕਹਿੰਦੇ ਸਾਰਾ ਸੰਸਾਰ ਕੂੜ ਹੈ, ਝੂਠ ਹੈ। ਜਿਵੇਂ ਕਹਿੰਦੇ ਕੁਸੁੰਬੇ ਦਾ ਫੁੱਲ ਹੁੰਦਾ ਹੈ, ਕਹਿੰਦੇ ਉਹਦੇ ਨਾਲ ਕੱਪੜੇ ਰੰਗੇ ਜਾਂਦੇ ਨੇ। ਉਹ ਕੱਪੜਾ ਜਦੋਂ ਰੰਗੀਏ, ਰੰਗਣ ਤੋਂ ਬਾਅਦ ਜਦੋਂ ਉਹਨੂੰ ਧੋਈਏ ਤੇ ਉਹ ਕੱਪੜੇ ਦਾ ਰੰਗ ਲੈ ਜਾਂਦਾ ਹੈ। ਕੱਚਾ ਕਾ ਜਿਹਨੂੰ ਕਹਿੰਦੇ ਨੇ ਕੁਸੁੰਬੇ ਦਾ ਕੱਚਾ ਰੰਗ ਹੈ। ਜਿਹੜਾ ਮਜੀਠ ਦਾ ਰੰਗ ਹੁੰਦਾ ਹੈ ਉਹ ਪੱਕਾ ਹੁੰਦਾ ਹੈ, ਉਹ ਰੰਗ ਜਿਹੜਾ ਹੈ ਕੱਪੜੇ ਤੋਂ ਕਦੇ ਨਹੀਂ ਲੈਂਦਾ। ਜਿਹੜਾ ਕੁਸੁੰਬੇ ਦਾ ਰੰਗ ਹੈ ਉਹ ਧੋਣ ਦੇ ਨਾਲ ਲੈ ਜਾਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਿੰਨੇ ਵੀ ਪਦਾਰਥ ਨੇ ਤੇਰੇ ਕੋਲ, ਇਹ ਸਾਰੇ ਝੂਠ ਨੇ। ਇਹ ਤੇਰਾ ਭਾਵ ਕੀ ਸਾਥ ਛੱਡ ਜਾਣਗੇ ਸਾਰੇ। ਇਹ ਜਿਵੇਂ ਕੁਸੁੰਬੇ ਦਾ ਰੰਗ ਕੱਚਾ ਹੈ, ਪਾਣੀ ਦੇ ਨਾਲ ਧੋਤਿਆਂ ਲੈ ਜਾਂਦਾ ਹੈ, ਇਸੇ ਤਰ੍ਹਾਂ ਇਹ ਵੀ ਜਿਹੜਾ ਸਭ ਕੁਝ ਝੂਠ ਹੈ। ਬਿਨ ਸਜਾਏ ਦੁੱਖ ਰੋਏ। ਫਿਰ ਅੰਤ ਨੂੰ ਮਨੁੱਖ ਫਿਰ ਰੋਂਦਾ ਹੀ ਰਹਿੰਦਾ ਹੈ, ਉਹਦੇ ਹੱਥ ਵਿੱਚ ਕੁਛ ਨਹੀਂ ਆਉਂਦਾ। ਜਿਸ ਅੰਦਰ ਨਾਮ ਪ੍ਰਗਾਸ ਹੈ, ਜਿਨ੍ਹਾਂ ਦੇ ਅੰਦਰ ਫਿਰ ਨਾਮ ਦਾ ਪ੍ਰਕਾਸ਼ ਹੋ ਜਾਂਦਾ, ਉਹ ਸਦਾ ਸਦਾ ਥਿਰ ਹੋਏ। ਉਹ ਅਸਥਿਰ ਹੋ ਜਾਂਦੇ ਨੇ, ਭਾਵ ਕਿ ਉਹਨਾਂ ਦਾ ਮਨ ਜਿਹੜਾ ਟਿਕ ਜਾਂਦਾ ਹੈ, ਉਹਨਾਂ ਦਾ ਵਿਸ਼ਵਾਸ ਗੁਰੂ 'ਤੇ ਬਣ ਜਾਂਦਾ ਹੈ, ਅਤੇ ਉਹਨਾਂ ਦਾ ਰੰਗ ਜਿਹੜਾ ਹੈ ਨਾਮ ਦਾ ਉਹਨਾਂ ਤੋਂ ਕਦੇ ਨਹੀਂ ਲੈਂਦਾ। ਇਹੋ ਜਨਮ ਪਦਾਰਥ ਪਾਏ ਕੈ। ਅਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਵੀ ਪਦਾਰਥ ਹੈ। ਆਪਾਂ ਹੋਰ ਪਦਾਰਥ ਮੰਗਦੇ ਨੇ, ਕਹਿੰਦੇ ਜਨਮ ਜਿਹੜਾ ਮਿਲਿਆ ਹੈ ਇਹ ਵੀ ਪਦਾਰਥ ਹੈ। ਇੱਕ ਤੁਹਾਨੂੰ ਇਹ ਜਨਮ ਜਿਹੜਾ ਮਿਲਿਆ ਹੈ, ਮਨੁੱਖਾ ਸਰੀਰ ਮਿਲਿਆ ਹੈ, ਇਹ ਪਦਾਰਥ ਪਾਏ ਕੈ ਹਰ ਨਾਮ ਨ ਚੇਤੈ ਲਿਵ ਲਾਏ। ਕਹਿੰਦੇ ਕਿ ਜਿਹੜਾ ਮਨੁੱਖਾ ਜਨਮ ਮਿਲਿਆ ਹੈ ਤੁਹਾਨੂੰ, ਇਹ ਪਦਾਰਥ ਤੁਹਾਨੂੰ ਜਨਮ ਮਿਲਿਆ ਹੈ, ਸਰੀਰ ਮਿਲਿਆ ਹੈ, ਕਹਿੰਦੇ ਇਹਦੇ ਨਾਲ ਤੁਸੀਂ ਨਾਮ ਕਿਉਂ ਨਹੀਂ ਜਪਦੇ। ਅਤੇ ਕਹਿੰਦੇ ਜੂਨੀਆਂ ਦੇ ਵਿੱਚ ਫਿਰ ਮਨੁੱਖ ਭਟਕਦਾ ਹੈ। ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮਹਿ ਤੇਰੀ ਸਿਖਦਾਰੀ। ਅਤੇ ਸਤਿਗੁਰੂ ਜੀ ਕਹਿੰਦੇ ਜਿੰਨੀਆਂ ਵੀ ਜੂਨਾਂ ਨੇ, ਇਹ ਭਾਵ ਕਿ ਇਹਦੇ ਵਿੱਚ ਮਨੁੱਖ ਕੁਛ ਨਹੀਂ ਕਰ ਸਕਦਾ। ਮਨੁੱਖਾ ਸਰੀਰ ਦੇ ਵਿੱਚ ਕਹਿੰਦੇ ਤੇਰੀ ਸਰਦਾਰੀ ਹੈ, ਤੂੰ ਵੱਡੇ ਤੋਂ ਵੱਡੇ ਜਾਨਵਰ ਨੂੰ ਵੀ ਆਪਣੇ ਕਾਬੂ ਕਰ ਲੈਣਾ ਹੈ, ਪਰ ਤੂੰ ਆਪਦਾ ਮਨ ਨਹੀਂ ਕਾਬੂ ਕਰ ਸਕਦਾ। ਇਸ ਧਰਤੀ ਮਹਿ ਤੇਰੀ ਸਿਖਦਾਰੀ, ਇਸ ਧਰਤੀ ਦੇ ਵਕਤ ਤੈਨੂੰ ਜਨਮ ਮਿਲਿਆ ਹੈ, ਤੇਰੀ ਸਰਦਾਰੀ ਹੈ ਇੱਥੇ, ਪਰ ਤੂੰ ਮਨ ਨੂੰ ਨਹੀਂ ਕਾਬੂ ਕਰ ਸਕਦਾ। ਹੋਰ ਚੀਜ਼ਾਂ ਸਭ ਤੂੰ ਕਾਬੂ ਕਰ ਲੈਣਾ ਹੈ। ਪਗ ਖਿਸਿਆ ਰਹਿਣਾ ਨਹੀਂ, ਆਗੇ ਠੌਰ ਨਾ ਪਾਏ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਜ਼ਿੰਦਗੀ ਦਾ ਪਗ ਕਹਿੰਦੇ ਨੇ ਪੈਰ ਨੂੰ, ਜਿਵੇਂ ਮਨੁੱਖ ਕੋਈ ਤੁਰਦੇ, ਜਦੋਂ ਆਪਾਂ ਤੁਰਦੇ ਹਾਂ, ਕੋਈ ਚਿੱਕੜ ਹੋਵੇ, ਪੈਰ ਤਿਲਕ ਜਾਵੇ ਤੇ ਡਿੱਗ ਪੈਂਦਾ ਹੈ ਮਨੁੱਖ। ਅਤੇ ਸਤਿਗੁਰੂ ਜੀ ਇਸੇ ਤਰ੍ਹਾਂ ਕਹਿ ਰਹੇ ਨੇ ਜਿਵੇਂ ਜ਼ਿੰਦਗੀ ਰੂਪ ਚਿੱਕੜ ਹੈ, ਇਹ ਸਾਰਾ ਸੰਸਾਰ ਚਿੱਕੜ ਹੈ। ਜੇ ਤੇਰਾ ਇੱਥੇ ਪੈਗ ਭਾਵ ਕਿ ਤੇਰਾ ਪੈਰ ਖਿਸਕ ਗਿਆ ਅਤੇ ਤੈਨੂੰ ਕਿਸੇ ਨੇ ਨਹੀਂ ਚੁੱਕਣਾ, ਤੇਰੀ ਮੌਤ ਹੋ ਜਾਣੀ ਹੈ। ਪਗ ਖਿਸਿਆ ਰਹਿਣਾ ਨਹੀਂ, ਆਗੇ ਠੌਰ ਨਾ ਪਾਏ। ਕਹਿੰਦੇ ਜ਼ਿੰਦਗੀ ਰੂਪ ਜਿਹੜਾ ਤੇਰਾ ਪੱਗ ਹੈ, ਪੈਰ ਹੈ, ਖਿਸਕਦਾ ਜਾ ਰਿਹਾ ਹੈ, ਤੇਰੇ ਸਵਾਸ ਜਿਹੜੇ ਖਤਮ ਹੁੰਦੇ ਜਾ ਰਹੇ ਨੇ, ਅੱਗੇ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ। ਤਾਂ ਸਤਿਗੁਰੂ ਜੀ ਕਹਿੰਦੀ ਪੌੜੀ ਛੁਟਕੀ ਫਿਰ ਹਾਥ ਨਾ ਆਵੈ, ਅਹਿਲਾ ਜਨਮ ਗਵਾਇਆ। ਜਿਵੇਂ ਆਪਾਂ ਕਹੀਏ ਕਿਸੇ ਪੌੜੀ 'ਤੇ ਚੜ੍ਹ ਜਾਈਏ, ਉਹ ਪੌੜੀ ਤੋਂ ਡੰਡਾ ਹੱਥ ਛੁੱਟ ਜਾਵੇ ਤਾਂ ਮਨੁੱਖ ਇੱਕਦਮ ਥੱਲੇ ਡਿੱਗ ਪੈਂਦਾ ਹੈ। ਅਤੇ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਿਹੜੀ ਜ਼ਿੰਦਗੀ ਰੂਪ ਤੇਰੀ ਪੌੜੀ ਹੈ, ਤੂੰ ਚੜ੍ਹ ਰਿਹਾ ਹੈ, ਜਦੋਂ ਤੇਰੇ ਹੱਥ ਦੇ ਵਿੱਚ ਡੰਡਾ ਛੁੱਟ ਗਿਆ ਤੂੰ ਥੱਲੇ ਡਿੱਗ ਪੈਣਾ ਹੈ। ਅਹਿਲਾ ਜਨਮ ਗਵਾਇਆ, ਜਿਹੜਾ ਤੈਨੂੰ ਬੜਾ ਬੇਕੀਮਤੀ ਜਨਮ ਮਿਲਿਆ ਸੀ ਉਹ ਤੂੰ ਗਵਾ ਲਿਆ।
ਉਹ ਵੇਲਾ ਹੱਥ ਨਾ ਆਵਈ। ਫਿਰ ਇਹ ਵੇਲਾ ਹੱਥ ਨਹੀਂ ਆਉਣਾ। ਅੰਤ ਗਿਆ ਪਛਤਾਏ। ਅੰਤ ਨੂੰ ਮਨੁੱਖ ਫਿਰ ਪਛਤਾਉਂਦਾ ਹੈ, ਉਹਦੇ ਹੱਥ ਵਿੱਚ ਕੁਛ ਨਹੀਂ ਰਹਿ ਜਾਂਦਾ। ਜਿਸ ਨਦਰ ਕਰੇ ਸੋ ਉਭਰੈ। ਕਹਿੰਦੇ ਜਿਨ੍ਹਾਂ 'ਤੇ ਗੁਰੂ ਫਿਰ ਕਿਰਪਾ ਕਰ ਦਿੰਦਾ ਹੈ, ਜਿਹੜੇ ਬੇਨਤੀਆਂ ਕਰਦੇ ਨੇ ਤੇ ਸਤਿਗੁਰੂ ਜੀ ਕਹਿੰਦੇ ਉਹ ਬਚ ਜਾਂਦੇ ਨੇ। ਉਭਰੇ ਕਹਿੰਦੇ ਬਚ ਗਏ, ਉਹ ਬਚ ਗਏ। ਹਰ ਛੇਤੀ ਲਿਵ ਲਾਏ। ਉਹ ਕਹਿੰਦੇ ਛੇਤੀ ਭਾਵ ਕਿ ਉਹਨਾਂ ਦੀ ਪਰਮਾਤਮਾ ਦੇ ਨਾਲ ਲਿਵ ਲੱਗ ਜਾਂਦੀ। ਭਾਈ ਨਾਮ ਜਪਣ ਦੇ ਨਾਲ ਹੀ ਖਹਿੜਾ ਛੁੱਟ ਸਕਦਾ ਹੈ। ਦੇਖਾ ਦੇਖੀ ਸਭ ਕਰੇ, ਮਨ ਮੁਖ ਬੂਝ ਨਾ ਪਾਏ। ਹੁਣ ਦੇਖਾ ਦੇਖੀ ਦੀ ਸਤਿਗੁਰਾਂ ਨੇ ਗੱਲ ਕੀਤੀ ਹੈ। ਕੋਈ ਸੰਤ ਹੈ, ਪੂਰਨ ਬ੍ਰਹਮ ਗਿਆਨੀ ਹੈ, ਉਹ ਤਾਂ ਨਾਮ ਜਪਦਾ ਹੈ, ਉਹਨੂੰ ਵੇਖ ਕੇ ਦੂਸਰਾ ਵੀ ਕਹਿੰਦਾ ਹੈ ਕਿ ਇਹਦੇ ਕੋਲ ਮਾਇਆ ਬਹੁਤ ਹੈ, ਧਨ ਦੌਲਤ ਬਹੁਤ ਹੈ, ਅਤੇ ਮੈਂ ਵੀ ਇਹੋ ਜਿਹਾ ਕੋਈ ਕੰਮ ਕਰਾਂ। ਅਤੇ ਸਤਿਗੁਰੂ ਜੀ ਕਹਿੰਦੇ ਦੇਖਾ ਦੇਖੀ ਕਰਦਾ ਹੈ, ਪਰ ਮਨਮੁਖ ਨੂੰ ਇਹ ਨਹੀਂ ਪਤਾ ਕਿ ਉਹਦੇ ਕੋਲ ਬੰਦਗੀ ਬਹੁਤ ਹੈ, ਭਗਤੀ ਬਹੁਤ ਹੈ, ਤਾਂ ਉਹ ਸਭ ਕੁਝ ਉਹਨੂੰ ਮਿਲਿਆ ਹੈ। ਤਾਂ ਸਤਿਗੁਰੂ ਜੀ ਕਹਿੰਦੇ ਦੇਖਾ ਦੇਖੀ ਤਾਂ ਬੜੇ ਕਰਦੇ ਨੇ, ਪਰ ਜਿਹੜਾ ਕਰਮ ਧਰਮ ਦਾ ਕੰਮ ਅਸਲ ਹੈ ਉਹ ਕੋਈ ਨਹੀਂ ਕਰਦਾ। ਦੇਖਾ ਦੇਖੀ ਸਭ ਕਰੇ, ਮਨਮੁਖ ਬੂਝ ਨਾ ਪਾਏ। ਜਿਨ ਗੁਰਮੁਖ ਹਿਰਦਾ ਸ਼ੁੱਧ ਹੈ, ਸੇਵ ਪਾਈ ਤਿੰਨ ਥਾਏ। ਕਹਿੰਦੇ ਉਹਨਾਂ ਦੀ ਸੇਵਾ ਜਿਹੜੀ ਹੈ ਕੀਤੀ ਹੋਈ, ਭਗਤੀ ਕੀਤੀ ਹੋਈ ਥਾਂ ਪੈ ਜਾਂਦੀ ਹੈ। ਜਿਨ੍ਹਾਂ ਦਾ ਹਿਰਦਾ ਸ਼ੁੱਧ ਹੋ ਜਾਂਦਾ ਹੈ, ਨਾਮ ਜਪ ਜਪ ਕੇ ਕਿਰਪਾ ਹੋ ਜਾਂਦੀ ਹੈ। ਹਰ ਗੁਣ ਗਾਵਹਿ ਹਰ ਨਿਤ ਪੜ੍ਹੈ, ਹਰ ਗੁਣ ਗਾਏ ਸਮਾਏ। ਕਹਿੰਦੇ ਜਿਹੜੇ ਭਗਤੀ ਕਰਦੇ ਨੇ, ਜਿਨ੍ਹਾਂ ਦੀ ਪ੍ਰੇਮ ਅਤੇ ਸ਼ਰਧਾ ਹੈ, ਜਿਨ੍ਹਾਂ ਨੇ ਸੁਣਿਆ ਅਤੇ ਮੰਨਿਆ ਹੈ, ਕਹਿੰਦੇ ਉਹ ਸਦਾ ਹੀ ਉਸ ਪਰਮਾਤਮਾ ਨੂੰ ਗਾਉਂਦੇ, ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ, ਉਹਦੀ ਵਿਚਾਰ ਕਰਦੇ, ਉਹਨੂੰ ਪੜ੍ਹਦੇ। ਹਰ ਗੁਣ ਗਾਏ ਸਮਾਏ। ਉਹ ਗੁਣ ਗਾਉਂਦੇ ਗਾਉਂਦੇ ਹੀ ਉਹਨਾਂ ਦੀ ਸੁਰਤ ਜਿਹੜੀ ਹੈ ਪਰਮਾਤਮਾ ਦੇ ਵਿੱਚ ਸਮਾ ਜਾਂਦੀ ਹੈ। ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ। ਕਹਿੰਦੇ ਜਿਨ੍ਹਾਂ ਦੀ ਬਾਣੀ ਕਿਹਨਾਂ ਦੀ ਸੱਚ ਹੈ? ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਹੈ ਤੇ ਸੱਚੀ ਤੇ ਸੁੱਚੀ ਹੈ। ਜੋ ਲਿਖਿਆ ਹੈ, ਜੇ ਨਾਮ ਰਹੇ ਲਿਵ ਲਾਏ। ਕਹਿੰਦੇ ਉਹਨਾਂ ਨੂੰ ਪਤਾ ਲੱਗਦਾ ਹੈ, ਜਿਨ੍ਹਾਂ ਦੀ ਲਿਵ ਲੱਗ ਜਾਂਦੀ, ਜਿਨ੍ਹਾਂ ਦੀ ਸੁਰਤ ਲੱਗ ਜਾਂਦੀ ਹੈ, ਤੇ ਕਹਿੰਦੇ ਉਹ ਕਿਰਪਾ ਕਰ ਦਿੰਦੇ ਨੇ। ਤੇ ਕਹਿੰਦੇ ਨੇ ਜਿਨ੍ਹਾਂ ਦੀ ਨਾਮ ਦੇ ਵਿੱਚ ਲਿਵ ਲੱਗੀ ਹੈ, ਸੁਰਤ ਲੱਗੀ ਹੋਈ ਹੈ, ਉਹਨਾਂ ਦੇ ਬਚਨ ਕਹੇ ਹੋਏ ਵੀ ਉਹ ਸੱਤ ਨੇ ਤੇ ਸੱਚੇ ਨੇ। ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ, ਜੇ ਨਾਮ ਰਹੇ ਲਿਵ ਲਾਏ। ਕਰਮ ਖੰਡ ਕੀ ਬਾਣੀ ਜੋਰ, ਸਿਰ ਗਿਰ ਸੁਧਾ ਜਲ ਪਵਨ ਜਾਏਗੋ। ਇੱਕ ਸਾਧ ਬਚਨ ਅਟਲਾਧਾ। ਕਹਿੰਦੇ ਜਿੰਨੇ ਵੀ ਬਚਨ ਨੇ ਉਹਨਾਂ ਦੇ ਕਹੇ ਹੋਏ, ਜਿਹੜੇ ਬਾਣੀ ਪੜ੍ਹਦੇ ਨੇ, ਜਿਨ੍ਹਾਂ ਦੀ ਸੁਰਤ ਲੱਗ ਚੁੱਕੀ ਹੈ, ਉਹ ਕਹਿੰਦੇ ਅਟਲ ਅਤੇ ਸੱਚੇ ਬਚਨ ਨੇ। ਇਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਬਦ। ਕਿਉਂਕਿ ਆਪਾਂ ਸਹਿਜ ਪਾਠ ਤਾਂ ਬਹੁਤ ਕਰ ਲਈਦੇ ਨੇ, ਪਰ ਇੱਕ ਵਿਚਾਰ ਦੇ ਨਾਲ ਆਪਾਂ ਜਿਹੜਾ ਇੱਕ ਨਾਲ ਆਪਣਾ ਸਹਿਜ ਪਾਠ ਹੋਈ ਜਾ ਰਿਹਾ ਹੈ, ਅਤੇ ਨਾਲ ਨਾਲ ਆਪਾਂ ਬਾਣੀ ਦੀ ਵਿਚਾਰ ਹੋਰ ਦੇ ਨਾਲ ਸੁਣ ਰਹੇ ਹਾਂ। ਨਾਲੇ ਜਿਹੜੇ ਸਾਡੇ ਕਰਮ ਹੈ ਉਹ ਸਤਿਗੁਰੂ ਜੀ ਬਦਲ ਰਹੇ ਨੇ। ਜਿਵੇਂ ਜਿਵੇਂ ਆਪਾਂ ਸਤਿਗੁਰਾਂ ਦੀ ਬਾਣੀ ਨੂੰ ਮੰਨਾਂਗੇ, ਸਾਡੇ ਅੰਦਰ ਦੇ ਜਿਹੜੇ ਵਹਿਮ ਭਰਮ ਦੇ ਡਰ ਨੇ ਹੌਲੀ ਹੌਲੀ ਸਤਿਗੁਰੂ ਜੀ ਦੂਰ ਕਰ ਰਹੇ ਨੇ। ਆਪਾਂ ਜਿੰਨੇ ਮਰਜ਼ੀ ਉੱਦਾਂ ਸਹਿਜ ਪਾਠ ਕਰ ਲਈਏ, ਖੰਡ ਪਾਠ ਕਰ ਲਈਏ, ਸੁਖਮਨੀ ਸਾਹਿਬ ਕਰ ਲਈਏ, ਜਿੰਨਾ ਚਿਰ ਸਾਨੂੰ ਸਮਝ ਨਾ ਲੱਗੇ ਉਹਨਾਂ ਚਿਰ ਗੱਲ ਨਹੀਂ ਬਣਦੀ। ਜਦੋਂ ਆਪਾਂ ਨੂੰ ਹੌਲੀ ਹੌਲੀ ਸਮਝ ਲੱਗ ਜਾਵੇ, ਫਿਰ ਸਾਡੇ ਅੰਦਰ ਜਿਹੜੀ ਸਤਿਗੁਰਾਂ ਨੇ ਅੱਜ ਗੱਲ ਕੀਤੀ ਹੈ, ਜਿੰਨੀ ਸੁਣਿਆ ਮੰਨਿਆ, ਫਿਰ ਇਹ ਆਪਣੇ ਅੰਦਰ ਸ਼ਰਧਾ ਜਾਗੇਗੀ, ਪ੍ਰੇਮ ਬਣੇਗਾ। ਫਿਰ ਭਗਤੀ ਦੇ ਨਾਲ ਜਿਹੜਾ ਸਾਡਾ ਮਨ ਲੱਗੇਗਾ, ਮਨੁੱਖ ਫਿਰ ਚੰਗੇ ਕਰਮਾਂ ਨੂੰ ਤੁਰਦਾ ਹੈ, ਅਤੇ ਫਿਰ ਗੁਰੂ ਫਿਰ ਬਾਂਹ ਫੜਦਾ, ਫਿਰ ਕਿਰਪਾ ਹੋ ਜਾਂਦੀ ਹੈ। ਇਹ ਪਾਵਨ ਸ਼ਬਦ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। 12 ਤਰੀਕ ਨੂੰ ਜੋ ਵਿਸਾਖੀ ਦਾ ਦਿਹਾੜਾ ਆ ਰਿਹਾ ਹੈ, ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਜੋ 5 ਪਿਆਰੇ ਸਾਜੇ ਸਨ, ਉਹਨਾਂ ਦੇ ਪਰਥਾਏ 12 ਤਰੀਕ ਨੂੰ ਅਖੰਡ ਜਾਪ ਆਰੰਭ ਹੋਣਗੇ। 14 ਤਰੀਕ ਨੂੰ ਭੋਗ ਪੈਣਗੇ। 14 ਤਰੀਕ ਨੂੰ ਨਾਲ ਵਿਸਾਖੀ, ਨਾਲੇ ਸੰਗਰਾਂਦ ਦਾ ਦਿਹਾੜਾ। ਇਹ ਆਪਾਂ ਸਾਰਿਆਂ ਨੇ ਮਨਾਉਣਾ ਹੈ। ਬੇਨਤੀ ਪ੍ਰਵਾਨ ਕਰਿਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ